ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ। ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ। ਮੇਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ। ਅਨਹਦ ਸ਼ਬਦ ਵਜਾਏ ਅੰਤਰ ਬਾਹਰ ਹਰ ਪ੍ਰਭ ਏਕੋ। ਮੇਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ। ਅਨਹਦ ਸ਼ਬਦ ਵਜਾਈ ਪਰਮ ਸਤਿਕਾਰਯੋਗ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਔਰ ਵਖਤ ਦੇ ਮਾਲਕ ਸਾਹਿਬੇ ਕਮਾਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ। ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜੁੜ ਮਿਲ ਬੈਠ ਵਿਚਾਰਾਂ ਸਾਂਝੀਆਂ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜੋ ਪਾਵਨ ਬਚਨ ਦਾਸ ਨੇ ਆਪ ਜੀਆਂ ਦੇ ਨਾਲ ਸਾਂਝੇ ਕੀਤੇ ਹਨ। ਆਪ ਜੀਆਂ ਨੇ ਕਾਫੀ ਵਾਰ ਆਨੰਦ ਕਾਰਜ ਦੇ ਸਮੇਂ ਇਹ ਪਾਵਨ ਬਚਨ ਸ਼ਰਵਣ ਕੀਤੇ ਹਨ। ਇਹ ਪਾਵਨ ਬਚਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸੂਹੀ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 774 ਉੱਪਰ ਸ਼ੋਭਾਇਮਾਨ ਹਨ। ਆਪਾਂ ਇਹਨਾਂ ਚਾਰ ਲਾਵਾਂ ਦੇ ਪਾਠ ਨੂੰ ਸਮਝਣ ਦਾ ਯਤਨ ਕਰਨਾ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਨਾਂ ਲਾਵਾਂ ਬਾਣੀ ਦੇ ਅੰਦਰ ਇਸ ਪਾਵਨ ਸ਼ੰਤ ਦੇ ਅੰਦਰ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਸੌਖੇ ਲਫ਼ਜ਼ਾਂ ਦੇ ਵਿੱਚ ਕਹਿਣਾ ਹੋਵੇ ਆਤਮਾ ਤੇ ਪਰਮਾਤਮਾ ਦਾ ਸੰਜੋਗ ਹੈ ਲਾਵਾਂ ਬਾਣੀ ਦਾ ਪਾਠ। ਜਿਸ ਤਰ੍ਹਾਂ 12 ਮਾਹ ਦੀ ਬਾਣੀ ਦਾ ਪਾਠ ਵੀ ਆਤਮਾ ਤੇ ਪਰਮਾਤਮਾ ਦੇ ਸੰਜੋਗ ਦਾ ਪਾਠ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ
ਸਾਡਾ ਮਿਲਾਪ ਅਕਾਲ ਪੁਰਖ ਪਰਮਾਤਮਾ ਦੇ ਨਾਲ ਕਰਵਾਉਂਦੀ ਹੈ। ਸੋ ਆਓ ਪਾਵਨ ਬਚਨਾਂ ਨੂੰ ਸਮਝਣ ਤੋਂ ਪਹਿਲਾਂ ਮੁਬਾਰਕ ਫਤਿਹ ਦੇ ਨਾਲ ਸਾਂਝ ਪਾ ਲਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਇੱਕੇ ਹੀ ਵਾਰ ਕਹਿਣ ਤੇ ਫਤਿਹ ਪਰਵਾਨੋ ਜੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਪਹਿਲੀ ਲਾਮ ਦਾ ਜੋ ਪਾਠ ਹੈ ਸਮਝਣ ਦਾ ਯਤਨ ਕੀਤਾ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਪ੍ਰਵਿਰਤੀ ਕਰਮ ਭਾਵ ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿੱਚ ਰੁੱਝਣ ਦਾ ਕੰਮ। ਇੱਕ ਪਾਸੋਂ ਟੁੱਟ ਕੇ ਦੂਜੇ ਪਾਸੇ ਜਦੋਂ ਮਨੁੱਖ ਜੁੜਦਾ ਹੈ। ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਲਾਮ ਦੇ ਅਰਥ ਕੀਤੇ ਹਨ ਟੁੱਟਣ ਦੀ ਕਿਰਿਆ। ਜਿਸ ਤਰ੍ਹਾਂ ਕੱਲ੍ਹ ਇੱਕ ਉਦਾਹਰਨ ਸਾਂਝੀ ਕੀਤੀ ਸੀ। ਜਦੋਂ ਧੀ ਇੱਕ ਵਿਆਹ ਤੋਂ ਬਾਅਦ ਸਹੁਰੇ ਘਰ ਦੇ ਵਿੱਚ ਜਾਂਦੀ ਹੈ, ਕੁਆਰੇ ਹੋਣ ਤੇ ਜੋ ਅਟੈਚਮੈਂਟ ਪੇਕੇ ਘਰ ਦੇ ਨਾਲ ਸੀ, ਵਿਆਹ ਤੋਂ ਬਾਅਦ ਓਨੀ ਅਟੈਚਮੈਂਟ ਪੇਕੇ ਘਰ ਦੇ ਨਾਲ ਨਹੀਂ ਰਹਿ ਜਾਂਦੀ। ਸਹੁਰੇ ਘਰ ਦੇ ਨਾਲ ਅਟੈਚਮੈਂਟ ਜ਼ਿਆਦਾ ਹੋ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਧੀਆਂ ਦਾ ਪਿਆਰ ਆਪਣੇ ਪੇਕਿਆਂ ਦੇ ਨਾਲ ਨਹੀਂ ਹੁੰਦਾ। ਕਹਿਣ ਤੋਂ ਭਾਵ ਹੈ ਅਟੈਚਮੈਂਟ ਜਿਤਨੀ ਪਹਿਲਾਂ ਸੀ ਓਨੀ ਨਹੀਂ ਰਹਿ ਜਾਂਦੀ। ਸਹੁਰੇ ਘਰ ਦੇ ਨਾਲ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ। ਕੁਆਰੇ ਹੋਣ 'ਤੇ ਜਦੋਂ ਕੋਈ ਪੁੱਛਦਾ ਹੈ ਕਿ ਤੁਹਾਡਾ ਘਰ ਕਿਹੜਾ ਹੈ, ਫਟ ਇੱਕ ਕੁਆਰੀ ਧੀ ਆਪਣੇ ਪਿਤਾ ਦਾ ਘਰ ਦੱਸਦੀ ਹੈ ਕਿ ਸਾਡਾ ਘਰ ਹੈ। ਵਿਆਹ ਤੋਂ ਬਾਅਦ ਜੇਕਰ ਕੋਈ ਪੁੱਛ ਲਵੇ ਤਾਂ ਉਹ ਆਪਣੇ ਸਹੁਰੇ ਘਰ ਦਾ ਨਾਂ ਦੱਸਦੀ ਹੈ, ਪਤਾ ਐਡਰੈਸ ਦੱਸਦੀ ਹੈ ਕਿ ਸਾਡਾ ਘਰ ਇੱਥੇ ਹੈ। ਜਿਹਦੇ ਨਾਂ ਲਾਵਾਂ ਲੈ ਕੇ ਉਹ ਗਈ ਹੁੰਦੀ ਹੈ, ਉਹਦੇ ਘਰ ਬਾਰੇ ਦੱਸਦੀ ਹੈ ਕਿ ਸਾਡਾ ਘਰ ਹੁਣ ਇਹ ਹੈ। ਮੇਰੇ ਕਹਿਣ ਤੋਂ ਭਾਵ ਜਦੋਂ ਇੱਕ ਪਾਸਿਓਂ ਬੰਦਾ ਟੁੱਟ ਕੇ ਦੂਜੇ ਪਾਸੇ ਜੁੜਦਾ ਹੈ, ਉਸ ਟੁੱਟਣ ਦੀ ਕਿਰਿਆ ਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਭਾਈ ਕਾਨ ਸਿੰਘ ਨਾਭਾ ਜੀ ਨੇ ਲਾਮ ਆਖਿਆ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਖਿਆ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਜਦੋਂ ਮਨੁੱਖ ਦੇ ਜੀਵਨ ਦੇ ਅੰਦਰ ਪ੍ਰਵਿਰਤੀ ਕਰਮ ਅਕਾਲ ਪੁਰਖ ਪਰਮਾਤਮਾ ਨੇ ਦ੍ਰਿੜਾ ਦਿੱਤਾ, ਉਸ ਸੋਹਣੇ ਅਕਾਲ ਪੁਰਖ ਪਰਮਾਤਮਾ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਨ, ਮੈਂ ਸਦਕੇ ਹਾਂ, ਕੁਰਬਾਨ ਹਾਂ। ਹੁਣ ਮੇਰਾ ਪੂਰਨ ਤੌਰ 'ਤੇ ਭਰੋਸਾ ਵੱਜ ਗਿਆ ਹੈ ਗੁਰੂ 'ਤੇ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲ ਰਾਮ ਜੀਓ। ਧਰਮ ਨੂੰ ਅਤੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਪੱਕਾ ਕਰ ਲਵੋ। ਇਸ ਤਰ੍ਹਾਂ ਜੀਵਨ ਦੇ ਵਿੱਚੋਂ ਪਾਪ ਖਤਮ ਹੋ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗਿਆਨ ਅਤੇ ਧਰਮ ਦੀ ਗੱਲ ਕੀਤੀ ਹੈ ਕਿ ਗਿਆਨ ਅਤੇ ਧਰਮ ਨੂੰ ਪੱਕਾ ਕਰ ਲਵੋ, ਜੀਵਨ ਦੇ ਵਿੱਚੋਂ ਪਾਪ ਖਤਮ ਹੋ ਜਾਏਗਾ, ਚਲਾ ਜਾਏਗਾ। ਭਗਤ ਕਬੀਰ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭ੍ਰਮ ਕੀ ਟਾਂਟੀ ਰਹਿ ਨਾ ਮਾਇਆ ਬਾਂਧੀ। ਕਿ ਜੀਵਨ ਦੇ ਅੰਦਰ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ, ਵਹਿਮ ਭਰਮ ਕਰਮ ਕਾਂਡ ਸਭ ਕੁਝ ਉਡਾ ਕੇ ਲੈ ਜਾਂਦੀ ਹੈ। ਫਿਰ ਜੀਵਨ ਦੇ ਅੰਦਰ ਗਿਆਨ ਹੀ ਗਿਆਨ ਹੁੰਦਾ ਹੈ। ਫਿਰ ਅਗਿਆਨਤਾ ਦਾ ਹਨੇਰਾ ਉੱਥੇ ਨਹੀਂ ਰਹਿੰਦਾ। ਫਿਰ ਮਨੁੱਖ ਬੁਰਿਆਈ ਨਾਲ ਟੁੱਟ ਕੇ ਚੰਗਿਆਈ ਦੇ ਨਾਲ ਜੁੜਦਾ ਹੈ। ਝੂਠ ਦੇ ਨਾਲੋਂ ਟੁੱਟ ਕੇ ਆਪਣਾ ਨਾਤਾ ਤੋੜ ਕੇ ਸੱਚ ਦੇ ਨਾਲ ਆਪਣਾ ਰਿਸ਼ਤਾ ਜੋੜ ਦਿੰਦਾ ਹੈ। ਇਹ ਹੈ ਪ੍ਰਵਿਰਤੀ ਕਰਮ ਜੀਵਨ ਦੇ ਅੰਦਰ ਜੋ ਗੁਰੂ ਨੇ ਹੀ ਦ੍ਰਿੜ ਕਰਾਉਣਾ ਹੈ। ਕੱਲ੍ਹ ਵੀ ਮੈਂ ਆਪ ਜੀਆਂ ਦੇ ਨਾਲ ਇਸ ਪਹਿਲੀ ਲਾਮ ਦੇ ਪਾਠ ਦੀ ਵਿਚਾਰ ਸਾਂਝੀ ਕੀਤੀ ਸੀ। ਫਿਰ ਆਪ ਜੀਆਂ ਦੇ ਨਾਲ ਸਾਂਝੀ ਕਰ ਦੇਵਾਂ ਤਾਂ ਜੋ ਸਾਨੂੰ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਬਾਰੇ ਸਮਝ ਆ ਜਾਵੇ ਕਿ ਪਾਤਸ਼ਾਹ ਜੀ ਨੇ ਕੀ ਉਪਦੇਸ਼ ਸਾਨੂੰ ਦਿੱਤਾ ਹੈ।
बाणी ब्रह्मा वेद धर्म दृढ़ो पाप त्याया बल राम जियो। वेद भाव ज्ञान दद्दे नूं औंकड़ है। धर्म दृढ़ो हर नाम ध्यावो सिमरत नाम दृढ़ाया। सिमरत भाव चेता चेता रखना अपने सुर दे विच नाम नूं टिका लेना। धर्म दृढ़ो हर नाम ध्यावो धर्म नूं अपने जीवन दे अंदर पक्का कर लवो नाम नूं ध्यावो। सिमरत नाम दृढ़ाया यही सिख वास्ते सिमरतियां दा उपदेश है। अकाल पुरख परमात्मा दे उपदेश नूं अपने सुर दे विच पक्का कर लेना। सत गुर गुर पूरा आराधो पूरे गुरु दा आराधन करो सब किल विख पाप गवाया। इस तरह पाप विकार जीवन दे विचों खत्म हो जाते हैं। सहज आनंद जीवन के अंदर सहज ते आनंद आ जाता है। होआ वड भागी मनुख वड्डियां भागां वाला बन जाता है। मन हर हर मीठा लाया गुरु का नाम मिठा लगना शुरू हो जाता है। जन कह नानक लाम पहली आरंभ काज रचाया। परमात्मा का नाम जपना जीवन के अंदर प्रवृत्ति कर्म गुरु ने दृढ़ करा देना। ये है जीव रूप इस्त्री की पहली लाम। हुण जिहड़े कहिंदे ने कि इस बाणी का संबंध सिर्फ विआह वाले मुंडे ते कुड़ी दे नाल है। हुण देखो ये प्रवृत्ति कर्म तां एक 70 साल के मनुख के जीवन के अंदर भी वापरना जरूरी है। कई बार उम्र 70 साल 80 साल हो जाती है। बंदा कहता है कि मैं दोतरियां पोतरियां वाला हो गया हाँ मेरा परिवार बहुत वड्डा है। पर पहली लाम पहला फेरा भी कई बार इहो जिहे बंदियां दा अकाल पुरख परमात्मा दे नाल नहीं होया हुंदा। चाहे बाहरी तौर ते 4 लावां होईयां होण पर जीव रूप इस्त्री दी उस कंत अकाल पुरख परमात्मा दे नाल एक भी लाम एक भी फेरा नहीं होया हुंदा। ये 80 साल के बंदे वास्ते भी है एक बीबी वास्ते भी है जिहड़ा कुवारा है उहदे वास्ते भी है। हुण जेकर मान लीए कि इस बाणी का संबंध सिर्फ विआह वाले मुंडे ते कुड़ी नाल है फिर कुवारे तां कह देणगे कि सानू साडा संबंध इस बाणी दे नाल है ही नहीं। गुरबाणी सानू सारिਆਂ ਨੂੰ उपदेश दिंदी है सारिਆਂ ਲਈ है चाहे कोई कुवारा है चाहे कोई विआया है चाहे कोई बजुर्ग है। सहज आनंद होआ वड भागी मन हर हर मीठा लाया। जन कह नानक लाम पहली आरंभ काज रचाया। हर दूजड़ी लाम सतगुर पुरख मिलाया बल राम जियो। पहली लाम दे पाठ दे अंदर गुरु रामदास पातशाह जी ने आखिया परमात्मा का नाम जपना जदों प्रवृत्ति कर्म गुरु ने जीवन के अंदर दृढ़ा दिता। ये पहला फेरा है जीव रूप इस्त्री का कंत दे नाल। दूजे फेरे की गल कीती दूजी लाम की गल कीती। पातशाह जी ने आख्या हर दूजड़ी लाम दूजड़ी लाम भाव दूजी सोहनी लाम। हे राम जी मैं तेथों सदके हाँ कुर्बान हाँ। यही है परमात्मा पति नाल जीव इस्त्री दे विआह दी दूजी सोहनी लाम जो तू मेहर करके जिस जीव इस्त्री नूं गुरु महापुरख मिला देना है। जिस जीव इस्त्री दे उत्ते किरपा करके गुरु मिला दिता अकाल पुरख परमात्मा मिला दिता प्राप्ति हो जानी गुरु दी। ये है जीव रूप इस्त्री दी दूजी लाम अकाल पुरख परमात्मा दे नाल। हर दूजड़ी लाम सतगुर पुरख मिलाया बल राम जियो। ये दूजा फेरा है। निरभओ भै मन होए हऊँ मैं मैल गवाया बल राम जियो। भै भाव दुनिया के सारे डरां तो मनुख अज दुनिया के डरां दे नाल नप्पिया पिया है रताड़िया पिया है। हुण डर दा संबंध मनुख दे मन दे नाल है। कई बार वेखण दे विच आउंदा है बंदे का शरीर बहुत तकड़ा वेखण नूं बहुत बलवान हुंदा है पर मन करके कमज़ोर हुंदा है। तो कई शरीर के चीड़े हुंदे ने कमज़ोर लगते हैं पर मन करके बलवान हुंदे ने।
हुण गुरु रामदास पातशाह जी ने आखिया है, निरभउ भै मन होए, हाउ मैं मैल गवाया बलराम जीओ। जीवन दे विचों मैल खत्म हो जाती है हउमੈ दी। मनुख दे जीवन दे विचों डर खत्म हो जाता, निरभउ हो जाता है। जिन निरभउ जिन हर निरभउ ध्याया जी, तिनका भउ सब गवासी। जिस जीव रूप इस्त्री ने पहला फेरा अते दूजा फेरा अकाल पुरख परमात्मा दे नाल उस निरभउ दे नाल लै लिया, ਉਹਦੇ जीवन ਦੇ ਵਿੱਚੋਂ डर खत्म हो गया। निरभउ भै मन होई, पहला डर सी, नप्पिया पिया सी डर दे नाल, वहमां भरमां कर्मां कांडां दे नाल। पातशाह जी कहते सारे डर खत्म हो गए, निडर हो जाता है। हउमੈ मैल गवाया बलराम जीओ, ते गुरु ने उस दे अंदरों हउमੈ दी मैल सारी दूर कर दी। निर्मल भउ पाया हर गुण गाया, हर वेखै राम हदूरे। जेड़ी जीव इस्त्री ने अकाल पुरख परमात्मा दे गुण गाए, निर्मल भउ पाया हर गुण गाया, फिर ਉਹਦੇ जीवन दे अंदर अकाल पुरख परमात्मा दे प्रति अदब सत्कार निर्मल भउ पैदा हो जाता है। निरभउ भउ पाया हर गुण गाया, हर वेखै राम हदूरे। निर्मल भउ किहड़ा हुंदा? पवित्र डर, अदब सत्कार। हुण देखो कईयां घरां दे विच बच्चे विदेश दे विच गए हुंदे ने, बच्चे माँ बाप का अदब सत्कार निर्मल भाव रखते हैं जीवन के अंदर। हुण कई तो सोचते हैं साडे मापे किहड़ा सानूं वेखदे ने, असीं जो इत्थे मर्जी कर लईए। पर कई विदेश दे विच रहिंदियां होइयां भी कोई भी काम करना है, कोई कारोबार छेड़ना है तो अपने माँ बाप दादी दादे तो आग्या लैके फिर करते हैं। यह है निर्मल भाव अदब सत्कार। वो चाहे जुबान तो अपने माँ बाप के गुण नहीं दसदे, सिफत नहीं करते जुबान तो, ये भी सिफत है ना। माँ बाप तो पुछ के काम करना, उन्हों का निर्मल भाव अदब सत्कार वो करते ने, पुछते ने। उन्होंने पता है कि असीं वो काम करना ही नहीं जिहदे करके साडे परिवार नूं, साडे समाज नूं, संसार नूं कोई मेहना सहना पवे साडे करके कि तुहाडे पुੱਤ ने आ काम कीता। वो काम वो कदम चुकते नहीं। ये है निर्मल भाव। ते गुरु रामदास पातशाह जी ने आख्या, निर्मल भउ पाया हर गुण गाया, हर वेखै राम हदूरे। जेड़ी जीव इस्त्री हउमੈ दूर करके परमात्मा दे गुण गाउंदी है ना, उस दे अंदर परमात्मा वास्ते, अपने पति वास्ते अदब सत्कार आदर पैदा हो जाता है। वो परमात्मा नूं अपने अंग संग वसदा वेखदी है, समझ आ जाती है। फिर जाल थल महियल पूरिया, स्वामी सिरजनहार, अनक भांत होए पसरिया, नानक एक अंकार। पहला ये समझती सी कि रब किते दूर रहिंदा है, रब किते सतवें आसमान ते है, पर हुण समझ आ गई कि अकाल पुरख परमात्मा हमेशा मेरे अंग संग है। हर आत्म राम पसारिया, स्वामी सर्ब रहया भरपूरे। उसनूं ये भरोसा आ जाता है, निश्चा हो जाता है कि ये जग का खिलारा परमात्मा ने आप ही खिलारिया होया है। ये पसारा उस अकाल पुरख परमात्मा ने पसारिया है। अते मालिक सब जीवां विच सर्व व्यापक हो के सबना की संभाल भी कर रहा। पहलों समझ नहीं सी, क्योंकि मत मैली सी, हउमੈ सी जीवन के अंदर। अकाल पुरख परमात्मा का नाम नहीं सी जपदी, प्रवृत्ति कर्म जीवन के अंदर नहीं सी, ते अकाल पुरख परमात्मा नूं किते दूर समझिया होया सी। पर हुण समझ आ गई, हुण भरोसा हो गया गुरु ते कि गुरु ही सर्व व्यापक हो के सबना की संभाल करदा, कोई दूजी तीजी ताकत नहीं। हर आत्म राम पसारिया, स्वामी सर्ब रहा भरपूरे। हुण समझ आ गई कि सर्व व्यापक हो के परमात्मा सबना की संभाल कर रहा है। तो पहला ये समझ नहीं सी, क्यों? क्योंकि भगत रविदास जी ने आख्या ना, मलन भई मत माधवा,
तेरी गत लखी ना जाए, करो कृपा भ्रम चूकई, मैं सुमत देहो समझाए। ये पावन शब्द आरंभ हुंदा है, कूप भरियो जैसे दादेरा, कछ देश विदेश न बूझ, ऐसे मेरा मन बिखिया बिमोहिया, कछ आरा पार न सूझ, सगल भवन के नायका, एक छिन दर्श दिखाए जी, मलन भई मत माधवा, तेरी गत लखी न जाए, करो कृपा भ्रम चुकई, मैं सुमत देहो समझाए। 346 नंबर अंक ते पावन शब्द सुभाईमान है भगत रविदास जी का गौड़ी राग दे अंदर। हे परमात्मा, मेरी अकल विकारां नाल मैली हुई पई है। तो यही गल गुरु रामदास पातशाह जी ने की है कि जदों दूजा फेरा होना है, अकाल पुरख परमात्मा दे नाल तां हाउ मैं मैल गवाया बलराम जीओ, मैल जीवन दे विच खत्म हो जाएगी। हुण भगत रविदास जी ने आख्या है, अकाल पुरख परमात्मा सर्व व्यापक नहीं सी दिसदा हरेक थां ते, क्योंकि मत मैली सी, विकारां नाल मैली हुई पई है मत। इस वास्ते मैनू तेरी गति की पछाण नहीं आउंदी, मैनू समझ नहीं पैंदी तू किहो जिहा है, कित्थे रहना है, मैनू समझ ही नहीं कि तू हरेक थां ते सर्व व्यापक होकर सबना की संभाल कर रहा है। मेरे अंदर भी तू बैठा है, अंग संग है, गुर मेरा संग सदा है, नाले ये समझ नहीं पई क्योंकि मत मैली है। मलन भई मत माधवा, तेरी गत लखी ना जाए। पातशाह जी ने आख्या, भगत रविदास जी ने समझ नहीं पैंदी कि तू किहो जिहा है। करो कृपा भ्रम चुकई, मैं सुमत देहो समझाए। परमात्मा जी मेहर करो, मैनू सुचज्जी मत समझा देवो। सुचज्जी मत मेरे जीवन के अंदर आ जाए, हजे कुचज्जी मत है। आप कुचज्जी दोष ना देओ, जाना ना ही रखे, कुचज्जा पाना जीवन के अंदर। मंज कुचज्जी अमावन डोसड़े, हों क्यों शहरावन जाऊँ जियो, एक दू एक चढ़ंदियाँ कौन जाना मेरा नाम जियो। जीवन के अंदर अंदर जे कुचज्जापन है, हजे दाता दे नाल प्यार है, दातार दे नाल प्यार नहीं पिया है। परमात्मा मेहर करो, सज्जी मत मैनू दे देवो ताकि मेरी भटकना मुक जाए, मेरी भटकना खत्म हो जाए, क्योंकि मत मैली है ना। मत मैली करके गुरु दिसदा नहीं, हरेक थां ते वसदा होया। आपां ऐनकां लाउने आ, शीशा साफ करते हैं कि नहीं कि सानू साफ दिसे। जदों कोई मनुख कोई व्यक्ति ड्राइविंग करता है, शीशा साफ किया जाता है ना कि अगों आने वाले साधन दिसन। कई पेट्रोल पंप वालियां ने भी सहूलतां दित्तियां होंदियां ने कि साडे कोल तेल पवाओगे गिलास, वो शीशा साफ करते हैं गड्डी का। उन्होंने लालच होंदा है कि इस बहाने तेल भी साडे पेट्रोल पंप तो पवाउणगे। इसी तरह ये मत का शीशा भी मैला होया पिया है, रब हरेक थां ते नहीं दिसदा। ते धन श्री गुरु रामदास पातशाह जी ने दूजी लाम दे पाठ दे अंदर समझाया, हर आत्म राम पसारिया, स्वामी सर्ब रहया भरपूरे, अंतर बाहर हर प्रभ एको मिल हर जन मंगल गाए। अंदर ते बाहर वसदा वेख लिया, समझ आ जाए गई कि अंदर ते बाहर वो अकाल पुरख परमात्मा ही है। सरगुण ते निर्गुण दो स्वरूप अकाल पुरख परमात्मा दे बाणी दे अंदर साडे सामने रखे ने। हुण मुनकर तां नहीं होया जा सकदा ना, दुध तो ही घ्यो मक्खन बनता है, दही बनता है, पनीर बनता है। लकड़ है जिहड़ी दरख्त है, उहदे विचों खिड़कियां भी निकलदियां ने, मेज भी, उहदे विचों कुर्सियां भी निकल आउंदियां ने। हुण कोई बंदा कहे कि मैं लकड़ नूं तां मनदा हाँ पर मैं दरवाजे नहीं मनदा, है तो लकड़ का ही रूप है ना, है तो उहदा ही रूप है। जेकर कोई ना मने तो मूर्ख है। इस तरह अकाल पुरख परमात्मा अंदर ते बाहर हरेक थां ते ही मौजूद है।
ਮੁਨਕਰ ਨਹੀਂ ਹੋਇਆ ਜਾ ਸਕਦਾ। ਉਹ ਸਰਬ ਵਿਆਪਕ ਹੋ ਕੇ ਸਭਨਾਂ ਦੀ ਸੰਭਾਲ ਕਰ ਰਿਹਾ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ। ਜਦੋਂ ਦੂਜਾ ਫੇਰਾ ਦੂਜੀ ਲਾਮ ਜੀਵ ਰੂਪ ਇਸਤਰੀ ਦੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਹੋਈ, ਹਉਮੈ ਦੀ ਮੈਲ ਖਤਮ ਹੋ ਗਈ। ਹਰ ਦੂਜੜੀ ਲਾਮ ਪਾਤਸ਼ਾਹ ਜੀ ਨੇ ਆਖਿਆ ਜਦੋਂ ਦੂਜੀ ਲਾਮ ਹੋਈ ਹੈ ਤਾਂ ਜੀਵਨ ਦੇ ਅੰਦਰੋਂ ਮੈਲ ਖਤਮ ਹੋਈ, ਡਰ ਖਤਮ ਹੋ ਗਿਆ। ਤੇ ਫਿਰ ਪਾਤਸ਼ਾਹ ਜੀ ਨੇ ਆਖਿਆ ਅੰਗ ਸੰਗ ਵਸਦਾ ਅਕਾਲ ਪੁਰਖ ਪਰਮਾਤਮਾ ਨਜ਼ਰ ਆ ਗਿਆ। ਮਿਲ ਹਰ ਜਨ ਮੰਗਲ ਗਾਏ। ਸਾਧ ਸੰਗਤ ਵਿੱਚ ਮਿਲ ਕੇ ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੀ ਰਹਿੰਦੀ ਹੈ। ਤੇ ਪਹਿਲਾਂ ਗੀਤ ਕਿਹੜੇ ਸੁਣਦੀ ਤੇ ਗਾਉਂਦੀ ਸੀ? ਆਪਾਂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਆਸਾ ਰਾਗ ਦੇ ਅੰਦਰ ਪੜ੍ਹਦੇ ਹਾਂ, ਜਿੱਥੇ ਪਾਤਸ਼ਾਹ ਜੀ ਨੇ ਆਖਿਆ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ, ਸ਼ਸਤ ਵਖਰ ਤੂੰ ਕਿੰਨੈ ਨਾਹੀ, ਪਾਪੀ ਬਾਂਧਾ ਰੇ ਨਾਇਆ। ਸਤਿਗੁਰ ਤੇਰੀ ਆਸਾਇਆ, ਪਤਿਤ ਪਾਵਨ ਤਿਰ ਨਾਮ ਪਾਰ ਬ੍ਰਹਮ, ਮੈਂ ਏਹਾ ਓਟਾਇਆ, ਗੰਧਨ ਵੈਣ ਸੁਣੈ ਉਰਝਾਵੈ, ਨਾਮ ਲੈ ਤੇ ਅਲਕਾਇਆ, ਨਿੰਦ ਚਿੰਦ ਕਉ ਬਹੁਤ ਉਮਾਹਿਓ, ਬੂਝੀ ਉਲਟਾਇਆ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਪਹਿਲਾਂ ਇਹ ਮਾੜੇ ਕੰਮ ਨੂੰ ਛੇਤੀ ਦੌੜਦਾ ਸੀ, ਚੰਗੇ ਕੰਮ ਨੂੰ ਸੋਚਦਾ ਸੀ ਕਰਾਂ ਜੇ ਨਾ ਕਰਾਂ, ਆਲਸ ਕਰਦਾ ਸੀ ਚੰਗੀ ਚੀਜ਼ ਪਾਸੋਂ, ਤੇ ਮਾੜੇ ਕੰਮ ਨੂੰ ਛੇਤੀ ਉੱਠ ਕੇ ਕਰਦਾ ਸੀ। ਗੰਧਨ ਵੈਣ ਸੁਣੈ ਉਰਝਾਵੇਂ, ਨਾਮ ਲੈਤ ਅਲਕਾਇਆ, ਗੰਦੇ ਗੀਤ ਸੁਣਦਾ ਹੈ ਤੇ ਸੁਣ ਕੇ ਮਸਤ ਹੁੰਦਾ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸੀ ਜੀਵਨ ਦੇ ਅੰਦਰ ਆਲਸ ਕਰਦਾ। ਨਿੰਦ ਚਿੰਦ ਕੋ ਬਹੁਤ ਉਮਾਹਿਓ, ਨਿੰਦਾ ਦੇ ਖਿਆਲ ਬਹੁਤ ਚਾਅ ਦੇ ਨਾਲ ਇਸ ਨੂੰ ਆਉਂਦੇ ਨੇ। ਨਿੰਦਾ ਕਰਨ ਲੱਗੇ ਇਸ ਨੂੰ ਬਹੁਤ ਚਾਅ ਚੜ੍ਹਦਾ ਹੈ ਤੇ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ। ਪਰ ਹੁਣ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਇਹਨੇ ਮਿਲ ਹਰ ਜਨ ਮੰਗਲ ਗਾਏ। ਹੁਣ ਸਾਧ ਸੰਗਤ ਦੇ ਵਿੱਚ ਮਿਲ ਕੇ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ। ਹੇ ਦਾਸ ਨਾਨਕ, ਗੁਰੂ ਦੀ ਸ਼ਰਨ ਪੈ ਕੇ ਹਉਮੈ ਦੂਰ ਕਰਕੇ ਸਿਫਤ ਸਲਾਹ ਦੇ ਗੀਤ ਗਾ ਕੇ ਅਤੇ ਉਸ ਸਰਬ ਵਿਆਪਕ ਅਕਾਲ ਪੁਰਖ ਪਰਮਾਤਮਾ ਨੂੰ ਅੰਗ ਸੰਗ ਸਮਝ ਕੇ, ਸਰਬ ਵਿਆਪਕ ਸਮਝ ਕੇ ਦੂਜੀ ਲਾਮ ਅਕਾਲ ਪੁਰਖ ਪਰਮਾਤਮਾ ਨੇ ਜੀਵ ਰੂਪ ਇਸਤਰੀ ਦੇ ਵਿਆਹ ਦੀ ਤੋਰ ਦਿੱਤੀ ਹੈ। ਇਸ ਆਤਮਿਕ ਅਵਸਥਾ ਤੇ ਪਹੁੰਚੀ ਜੀਵ ਰੂਪ ਇਸਤਰੀ ਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੇ ਮਨ ਇੱਕ ਰਸ ਵਾਜੇ ਵਜਾ ਦਿੰਦਾ ਹੈ ਅਕਾਲ ਪੁਰਖ ਪਰਮਾਤਮਾ। ਹੁਣ ਅਨਹਦ ਸ਼ਬਦ ਦੇ ਵਾਜੇ ਕਿਸ ਦੇ ਅੰਦਰ ਵੱਜਦੇ ਨੇ? ਆਪਾਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਜਦੋਂ ਮਾਝ ਰਾਗ ਦੇ ਅੰਦਰ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਜਦੋਂ 9 ਦਰਵਾਜ਼ੇ ਬੰਦ ਹੋ ਜਾਣ, ਜਿਸ ਮਨੁੱਖ ਨੇ ਵਿਕਾਰਾਂ ਵੱਲ ਦੌੜਦਾ ਮਨ ਆਪਣੇ ਵਸ ਕਾਬੂ ਵਿੱਚ ਕਰ ਲਿਆ ਹਨ, ਉਹਦੇ ਅੰਦਰ ਇਹ ਜੋ ਅਨਹਦ ਦੇ ਵਾਜੇ ਹਨ ਉਹ ਵੱਜਦੇ ਹਨ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾ, ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਜਿਸ ਮਨੁੱਖ ਨੇ ਆਪਣੇ 9 ਦਰਵਾਜੇ 9 ਗੋਲਕਾ ਭਾਵ ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੋਂ ਬੰਦ ਕਰ ਲਏ ਨੇ ਨਾ, ਇਹ ਆਪਣੇ 9 ਦਰਵਾਜੇ ਨੇ ਜਿਹੜੇ ਜੋ ਵਿਕਾਰਾਂ ਵਾਲੇ ਪਾਸੋਂ ਬੰਦ ਕਰ ਲਏ। ਜਿਸ ਨੇ ਵਿਕਾਰਾਂ ਵੱਲ ਦੌੜਦਾ ਮਨ ਕਾਬੂ ਵਿੱਚ ਕਰ ਲਿਆ, 10ਵੇਂ ਨਿਜ ਘਰ ਵਾਸਾ ਪਾਏ। ਉਸ ਨੇ ਆਪਣੇ ਚਿੱਤ ਆਕਾਸ਼ ਦੇ ਰਾਹੀਂ
चित दे राही आकाश उन्होंने आखिया। 10वें निज करवासा पाए, पातशाह जी ने आख्या है अपनी उच्ची हुई सुर दे राही, क्योंकि सुरत उच्ची हो गई जदों विकारां दे वल मन दौड़नों हट गया। सुरत उच्ची हुई ते अपने असल घर भाव परमात्मा दे चरना गुरु दे शब्द दे विच निवास प्राप्त कर लै। यह है अनहद वाजे वजने जीवन दे अंदर। उत्थे अनहद शब्द वजै दिन राती गुरमती शब्द सुनावने आ। उस अवस्था विच पहुंचे मनुख दे अंदर हिरदे विच सदा एक रस परमात्मा दी सिफत सलाह दे बोल अपना प्रभाव पाई रखते हैं। वह बंदा कभी माड़े काम करता ही नहीं, फिर उसके जीवन के अंदर प्रवृत्तिकरण गुरु दृढ़ा दिंदा है। ਉਹਦੇ जीवन के अंदर हौमै की मैल गुरु खत्म कर दिंदा है। ज्ञान ते धर्म जीवन के अंदर पक्का हो जाता है। वो अंग संग अकाल पुरख परमात्मा नूं वसदा समझ लैंदा है। वो अकाल पुरख परमात्मा की सिफत सलाह करनी शुरू कर दिंदा है। कौन? जिहदा मन विकारां वल दौड़नों हट गया, जिहदा मन गुरु के चरना भाव गुरु दे शब्द दे विच टिक गया। उत्थे अनहद शब्द वजै दिन राती। गुरु अमरदास पातशाह जी ने आख्या वो ते सिफ सलाह दे बोल अपना प्रभाव पाई रखते ने। वो दिन रात गुरु की मत ते तुर के सिफ सलाह की बाणी नूं ही अपने सुरत विच टिका के रखते ने। इस सुर दे विच फिर कोई होर ख्याल नहीं आउंदे। जिस तरह पातशाह जी ने बाणी दे अंदर आख्या ना, बाबा बोलते ते कहाँ गए देही कै संग रहते, सुरत माहे जो नृत्य करते कथा वार्ता कहते। उत्थे ये शब्द मर्द दे नाल संबंध नहीं जे रखदा, उत्थों बोल बाला माया दा खत्म हो गया। यही गल गुरु अमरदास पातशाह जी ने की है। उत्थे अनहद शब्द वजन दिन राती गुरमती शब्द सुनावने आ। फिर शिव सलाह दे बोल उस मनुख दे उत्ते अपना प्रभाव पा के रखते ने। जिस मनुख ने अपना मन वस विच कीता है, काबू कर लिया है, उत्थे एक रस अकाल पुरख परमात्मा दे नाम दे वाजे वजदे रहिंदे ने। उत्थे अनहद शब्द वजै दिन राती गुरमती शब्द सुनावणिया। ते धन श्री गुरु रामदास पातशाह जी ने दूजी लाम दे अखीर दे विच आख्या है, जन नानक दूजी लाम चलाई अनहद शब्द वजाए। दूजी लाम केड़ी है? गुरु दी शरण पै के हौमै दूर करके शिव सलाह दे गीत गाने, अकाल पुरख परमात्मा नूं सर्व व्यापक वेखना। यह है दूजी लाम जीव रूप इस्त्री दी अकाल पुरख परमात्मा दे नाल। ते इस अवस्था दे विच पहुंची हुई जीव रूप इस्त्री दे अंदर परमात्मा दे शिव सलाह दी बाणी दे एक रस वाजे फिर वजदे रहिंदे ने। फिर वो जीव रूप इस्त्री कहती है, आनंद भया मेरी माए सतगुरु मैं पाया, सतगुर तां पाया सहज सेती मन वजियां वाधाइयां। सहज आनंद हुआ वड भागी मन हर हर मीठा लाया। जन कह नानक लाम पहली आरंभ काज रचाया। सहज ते आनंद आया पहली लाम दे अंदर, वड्डे भाग बन गए, गुरु का नाम मिठा लगना शुरू हो गया। ये पहली लाम है। प्रवृत्ति कर्म जीवन के अंदर आ गया, पहली लाम है। दूजी विच अकाल पुरख परमात्मा की प्राप्ति हुई, हौमै दूर कर लई, शिव सलाह दे गीत गाए, सर्व व्यापक वेख लिया अकाल पुरख परमात्मा नूं। ये है जीव रूप इस्त्री की दूजी लाम। सो गुरु साहब की कृपा करन, गुरु रामदास पातशाह की कृपा करन, लावां बाणी दी विचार आप ही करवा लैन। विचारां करदियां बेअंत प्रकार दियां भुलां गलतियां हो जांदियां ने। गुरु साहब जी बख्शन जोग ने, अनजान समझ के बख्श लैन, अगे तो समत बख्शन अते गुरु साहब जी बख्शिश करन। कीतियां विचारां साडे जीवन का आधार, साडे हिरदियां दा शिंगार बन जाण। असीं भी अपनी आत्मा का मिलाप परमात्मा दे नाल करवा लईए गुरबाणी नूं पढ़ के, क्योंकि धन श्री गुरु ग्रंथ साहिब महाराज जी की पावन बाणी ही है जो साडा मिलाप अकाल पुरख परमात्मा दे नाल करवा सकती है। धुरकी बाणी दे नाल ही साडा मिलाप गुरु दे नाल हो सकता है। सो कोशिश करिए जिथे असीं
ਕੁਚੱਜੀ ਸੁਚੱਜੀ ਗੁਣਵੰਤੀ ਬਾਣੀ ਅਤੇ ਅੱਜ ਤੱਕ ਅਸੀਂ 2 ਲਾਵਾਂ ਦੀ ਬਾਣੀ ਦੇ ਪਾਠ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀ ਸਮਝਾਇਆ ਹੈ। ਉਪਦੇਸ਼ ਉੱਤੇ ਤੁਰ ਕੇ ਆਪਣੇ ਜੀਵਨ ਦੇ ਅੰਦਰ ਨਿਰਮਲ ਭਉ ਅਦਬ ਸਤਿਕਾਰ ਗੁਰੂ ਦੇ ਪ੍ਰਤੀ ਲੈ ਕੇ ਆਈਏ ਤਾਂ ਹੀ ਜੀਵਨ ਦੇ ਵਿੱਚ ਹਉਮੈ ਦੀ ਮੈਲ ਖਤਮ ਹੋ ਸਕਦੀ ਹੈ। ਜੋ ਸਾਡੀ ਮੱਤ ਮੈਲੀ ਹੋ ਚੁੱਕੀ ਹੈ ਇਹ ਸਾਫ ਸੁਥਰੀ ਗੁਰੂ ਦੇ ਕੋਲ ਆ ਕੇ ਹੋਣੀ ਹੈ, ਨਹੀਂ ਤਾਂ ਇਹਦੇ ਵਿੱਚ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ ਤੇ ਮਨੁੱਖ ਅੱਜ ਦੌੜ ਭੱਜ ਮਾਇਆ ਦੀ ਖਾਤਰ ਕਰਦਾ ਹੈ, ਗੁਰੂ ਦੇ ਪਾਸ ਬੈਠਣ ਨੂੰ ਤਿਆਰ ਨਹੀਂ। ਗੁਰੂ ਦੇ ਪਾਸ ਆ ਕੇ ਗੁਰੂ ਦੀ ਗੋਦ ਦੇ ਅੰਦਰ ਬੈਠੀਏ ਤੇ ਗੁਰੂ ਦੇ ਸ਼ਬਦ ਨੂੰ ਸਮਝ ਕੇ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਦੇ ਅੰਦਰ ਕਮਾਉਣ ਦਾ ਯਤਨ ਕਰੀਏ ਤੇ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਵੀ ਸਮਝਾਈ ਕਿ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦੇਣਾ ਸਾਨੂੰ ਕੀਤਾ ਹੈ। ਵਿਆਹਾਂ ਤੋਂ ਪਹਿਲਾਂ 6-6 ਮਹੀਨੇ ਅਸੀਂ ਤਿਆਰੀਆਂ ਕਰ ਛੱਡਦੇ ਹਾਂ ਕਿ ਆਰਕੈਸਟਰਾਂ ਵਾਲੀਆਂ ਨੱਚਣ ਵਾਲੀਆਂ ਕਿਹੜੀਆਂ ਕਰਨੀਆਂ ਨੇ, ਫਲਾਣਾ ਕੰਮ ਇਸ ਤਰ੍ਹਾਂ ਕਰਨਾ, ਹਲਵਾਈ ਕਿਹੜਾ ਕਰਨਾ ਹੈ, ਪਰ ਗੁਰੂ ਦੇ ਸ਼ਬਦ ਪਾਸੇ ਕਿਸੇ ਦਾ ਧਿਆਨ ਨਹੀਂ। ਸੋ ਲੋੜ ਹੈ ਜਿੱਥੇ ਬਾਕੀ ਤਿਆਰੀਆਂ ਅਸੀਂ ਕਰਦੇ ਹਾਂ ਉੱਥੇ ਆਪਣੇ ਬੱਚਿਆਂ ਨੂੰ ਲਾਵਾਂ ਬਾਣੀ ਬਾਰੇ ਵੀ ਸਮਝਾਈਏ। ਸਾਨੂੰ ਆਪ ਸਮਝ ਹੋਵੇਗੀ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਸਮਝਾਵਾਂਗੇ। ਵੈਸੇ ਮੈਂ ਕਈ ਵਾਰ ਸੋਚਦਾ ਹੁੰਦਾ ਜਿਨ੍ਹਾਂ ਦੇ ਵਿਆਹ ਨੂੰ 60 ਸਾਲ 70 ਸਾਲ ਹੋ ਗਏ, 40 ਸਾਲ ਹੋ ਗਏ ਨਾ, ਕਈ ਵਾਰ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਲਾਵਾਂ ਬਾਣੀ ਦਾ ਅਰਥ ਕੀ ਹੈ, ਕਿ ਪਾਤਸ਼ਾਹ ਜੀ ਨੇ ਸਾਨੂੰ ਲਾਵਾਂ ਬਾਣੀ ਦੇ ਪਾਠ ਅੰਦਰ ਸਮਝਾਇਆ ਹੈ। ਸਿਰਫ ਇੰਨਾ ਕੁ ਪਤਾ ਹੁੰਦਾ ਹੈ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਤੇ ਸਾਡਾ ਆਨੰਦ ਕਾਰਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ 4 ਪਰਿਕਰਮਾ ਕਰਕੇ ਹੋਣਾ, ਹੋਰ ਕੁਝ ਨਹੀਂ। ਇੱਥੋਂ ਤੱਕ ਹੀ ਪਤਾ, ਹੋਰ ਅਗਾਂਹ ਪਤਾ ਹੀ ਨਹੀਂ। ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਲਾਵਾਂ ਕਿੰਨੀਆਂ ਨੇ, ਕਿਸ ਤਰ੍ਹਾਂ ਪੜ੍ਹਨੀਆਂ ਨੇ, ਕਦੋਂ ਇਹ ਪੜ੍ਹੀਆਂ ਜਾਂਦੀਆਂ ਨੇ, ਕਿੰਨੇ ਨੰਬਰ ਅੰਕ ਤੇ ਸੁਭਾਏਮਾਨ ਨਹੀਂ ਪਤਾ, ਕਿਉਂਕਿ ਅੱਜ ਅਸੀਂ ਅਵੇਸਲੇ ਹਾਂ, ਆਲਸ ਕਰਦੇ ਹਾਂ ਬਾਣੀ ਪੜ੍ਹਨ ਲੱਗੇ ਹਾਂ। ਸੋ ਜੀਵਨ ਦੇ ਵਿੱਚ ਆਲਸ ਖਤਮ ਕਰੀਏ, ਚੰਗੀ ਚੀਜ਼ ਦਾ ਉਦਮ ਕਰੀਏ ਜੀਵਨ ਦੇ ਅੰਦਰ। ਸਮੂਹ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਵਿਚਾਰਾਂ ਨੂੰ ਸ਼ਰਵਣ ਕੀਤਾ ਹੈ। ਅਖੀਰ ਦੇ ਵਿੱਚ ਫਤਿਹ ਪ੍ਰਵਾਨੋ ਜੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।